ਸ਼ਾਰਟੇਜ ਹੈ ਮੇਰੇ ਕੋਲ ਅੱਜ। ਜਦੋਂ ਟਾਈਮ ਸਪੇਅਰ ਹੋਊਗਾ ਪੂਰਾ ਖੁੱਲ੍ਹ ਕੇ ਆਪਾਂ ਗੱਲ ਕਰ ਸਕਦੇ ਹਾਂ। ਹੁਣ ਤੁਸੀਂ ਦੱਸ ਦਿਓ ਜਦੋਂ ਰੈਡੀ, ਮੈਂ ਆਈ ਵਿਲ ਸਟਾਰਟ ਦ ਇਸ਼ੂ। ਅਹਿਮ ਮੁੱਦੇ ਤੇ ਗੱਲ ਕਰਨ ਆ ਰਿਹਾ। ਮੇਰੇ ਹੱਥ ਵਿੱਚ ਇੱਕ ਰਿਪਰੈਜ਼ੈਂਟੇਸ਼ਨ ਹੈ, ਇਹਨੂੰ ਮਰਸੀ ਪਟੀਸ਼ਨ ਵੀ ਕਹਿ ਸਕਦੇ ਤੁਸੀਂ। ਕੱਲ ਕੈਪਟਨ ਅਮਰਿੰਦਰ ਸਿੰਘ ਜਿਹੜੇ ਚੀਫ ਮਿਨਿਸਟਰ ਪੰਜਾਬ, ਮੈਂ ਉਹਨਾਂ ਨੂੰ ਮਿਲਿਆ ਸੀਗਾ, ਔਰ ਜਿੱਥੇ ਮੈਂ ਆਪਣੇ ਭੁਲੱਥ ਕੌਂਸਟੀਟੂਐਂਸੀ ਦੀਆਂ ਗੱਲਾਂ ਜਾਂ ਪੰਜਾਬ ਦੇ ਹੋਰ ਇਸ਼ੂਜ਼ ਕਰਨੇ, ਸਭ ਤੋਂ ਪਹਿਲਾਂ ਮੈਂ ਇਹ ਉਹਨਾਂ ਨਾਲ ਇਸ਼ੂ ਡਿਸਕਸ ਕੀਤਾ। ਇਹ ਮਸਲਾ ਹੈ ਕਿ 2016 ਵਿੱਚ ਨਵਾਂਸ਼ਹਿਰ ਪੁਲਿਸ ਨੇ 3 ਸਿੱਖ ਨੌਜਵਾਨਾਂ ਨੂੰ ਯੂਆਪਾ ਦੇ ਤਹਿਤ ਗ੍ਰਿਫਤਾਰ ਕੀਤਾ ਔਰ ਉਹਨਾਂ ਤੇ ਸੈਕਸ਼ਨ 121A ऑफ द IPC यानी कि वेजिंग वॉर अगेंस्ट कंट्री ਦੇ ਚਾਰजेस ਲਾ ਕੇ ਉਹਨਾਂ 3 ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਇਹ ਗੱਲ ਕਰ ਰਿਹਾ ਜਿਹੜੀ ਬਾਦਲ ਦੀ ਸਰਕਾਰ ਦੇ ਜਿਹੜੇ ਆਪਣੇ ਆਪ ਨੂੰ ਬਹੁਤ ਪੰਥ ਹਤੈਸ਼ੀ ਕਹਿੰਦੇ ਨੇ, ਜਿਹੜੇ ਕਹਿੰਦੇ ਅਸੀਂ ਸਿੱਖਾਂ ਦੇ ਪੈਰੋਕਾਰ ਆ। ਅੱਜ ਮੈਂ ਉਹਨਾਂ ਦਾ ਚਿਹਰਾ ਬੇਨਕਾਬ ਕਰਨਾ ਚਾਹੁੰਦਾ ਵਾਂ ਕਿ ਕਿਸ ਤਰ੍ਹਾਂ ਬਿਲਕੁਲ ਬੇਗੁਨਾਹ ਨੌਜਵਾਨਾਂ ਨੂੰ ਸਿਰਫ ਲਿਟਰੇਚਰ ਦੇ ਆਧਾਰ ਦੇ ਉੱਤੇ ਪਹਿਲਾਂ ਤਾਂ ਯੂਆਪਾ 'ਚ ਗ੍ਰਿਫਤਾਰ ਕੀਤਾ, ਬਹੁਤ ਜਿਹੜਾ ਕਿ ਟਾਡਾ ਜਾਂ ਪੋਟਾ ਵਰਗਾ ਕਾਲਾ ਕਾਨੂੰਨ ਆਪਾਂ ਮੰਨਦੇ ਹਾਂ, ਤੇ ਫਿਰ ਜਿਹੜਾ ਮੈਂ ਸੈਕਸ਼ਨ ਕੋਡ ਕੀਤਾ 121A, ਉਹਦੇ 'ਚ ਦੇਸ਼ ਧਰੋਹ ਦਾ ਮਾਮਲਾ ਦਰਜ ਕਰਕੇ ਮਹਿਜ਼ ਲਿਟਰੇਚਰ ਦੇ ਆਧਾਰ ਦੇ ਉੱਤੇ ਉਹਨਾਂ 3 ਸਿੱਖ ਨੌਜਵਾਨਾਂ ਨੂੰ ਉਮਰ ਕੈਦ ਹੋ ਚੁੱਕੀ ਆ। 2019 ਸ਼ਾਇਦ ਉਹਨਾਂ ਨੂੰ ਸੈਂਟੈਂਸ ਸੁਣਾਇਆ ਡਿਸਟ੍ਰਿਕਟ ਸੈਸ਼ਨ ਜੱਜ ਨਵਾਂਸ਼ਹਿਰ ਨੇ, ਔਰ ਉਹ ਇੰਨੇ ਗਰੀਬ ਨੇ ਕਿ ਉਹ ਆਪਣਾ ਵਕੀਲ ਵੀ ਨਹੀਂ ਕਰ ਸਕਦੇ। ਉਹ ਇੰਨੇ ਲਾਚਾਰ ਨੇ, ਬੇਬਸ ਨੇ। ਕੋਈ ਇੱਕ ਮੁੰਡਾ ਹਰਿਆਣੇ ਦਾ ਵਾ, ਇੱਕ ਗੁਰਦਾਸਪੁਰ ਦਾ, ਇੱਕ ਪਤਾ ਨਹੀਂ ਤੀਸਰਾ ਹੋਰ ਜ਼ਿਲ੍ਹੇ ਦਾ ਵਾ। ਉਹਨਾਂ ਦੇ ਕੋਲ ਔਰ ਪਿਛਲੇ 5 ਸਾਲ ਤੋਂ ਅੰਦਰ ਲਗਾਤਾਰ ਮੈਕਸਿਮਮ ਸਿਕਿਉਰਿਟੀ ਜਿਹੜੀ ਜੇਲ੍ਹ ਹੈਗੀ ਨਾਭਾ ਦੀ, ਉੱਥੇ ਨਜ਼ਰਬੰਦ ਨੇ। ਸਿਰਫ ਕਸੂਰ ਇੰਨਾ ਵਾ ਉਹਨਾਂ ਦਾ। ਔਰ ਮੈਂ ਇਹ ਕਹਿੰਦਾ ਕਿ ਇਹ ਬਹੁਤ ਨਿਹਾਇਤ ਸ਼ਰਮ ਦੀ ਗੱਲ ਆ ਬਾਦਲ ਪਰਿਵਾਰ ਵਾਸਤੇ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਅਸੀਂ ਸਿੱਖਾਂ ਦੇ ਹਕੂਕ ਦੇ ਰਖਵਾਲੇ ਆ, ਸਾਡੀ ਸਰਕਾਰ ਪੰਥ ਹਤੈਸ਼ੀ ਆ, ਤੇ ਪੰਥ ਹਤੈਸ਼ੀ ਸਰਕਾਰ ਦੀ ਕਰਤੂਤ ਸੁਣਿਓ ਜਰਾ ਹੁਣ ਕੀ ਕੀਤੀ ਉਹਨਾਂ ਨੇ। 2016 'ਚ ਜਿਹੜੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਯੂਆਪਾ ਦੇ ਤਹਿਤ, ਇਹਨਾਂ 'ਤੇ ਇਲਜ਼ਾਮ ਇਹ ਨਹੀਂ ਸੀਗਾ ਕਿ ਇਹਨਾਂ ਨੇ ਹਥਿਆਰ ਰੱਖੇ ਨੇ ਜਾਂ ਇਹਨਾਂ ਨੇ ਕੋਈ ਵਾਇਲੈਂਸ ਕੀਤਾ ਵਾ ਜਾਂ ਇਹਨਾਂ ਨੇ ਕਿਸੇ ਨੂੰ ਮਾਰਿਆ ਵਾ ਜਾਂ ਇਹਨਾਂ ਨੇ ਕੋਈ ਗੋਲੀ ਚਲਾਈ ਆ ਜਾਂ ਇਹਨਾਂ ਨੇ ਕੋਈ ਕੀੜੀ ਵੀ ਮਾਰੀ ਆ। ਸਿਰਫ ਪੋਸਟਰਸ ਦੇ ਆਧਾਰ ਤੇ, ਲਿਟਰੇਚਰ ਦੇ ਆਧਾਰ ਤੇ, ਕੁਝ ਕਿਤਾਬਾਂ ਦੇ ਆਧਾਰ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਮੁੜ ਕੇ ਉਮਰ ਕੈਦ ਸੁਣਾ ਦਿੱਤੀ ਗਈ ਆ। ਔਰ ਹਾਸੋਹੀਣੀ ਗੱਲ ਇਹ ਆ ਕਿ ਪੁਲਿਸ ਨੇ ਜਿਹੜਾ ਉਹਨਾਂ ਦਾ ਚਲਾਨ ਕੀਤਾ, they did not even realize, they did not even have the thought, the insight that the charges that we are framing against these young boys are actually coming from the literature of those people who have suffered for the freedom of this country. ਭਾਈ ਰਣਧੀਰ ਸਿੰਘ ਜੀ, ਜਿਨ੍ਹਾਂ ਦੇ ਨਾਮ ਤੇ ਹੁਣ ਭਾਈ ਰਣਧੀਰ ਸਿੰਘ ਨਗਰ ਆ ਲੁਧਿਆਣੇ ਦਾ, ਤੁਸੀਂ ਸਭ ਨੇ ਉਹਨਾਂ ਦਾ ਨਾਮ ਸੁਣਿਆ ਹੋਇਆ। ਉਹ ਇੱਕ ਬਹੁਤ ਵੱਡੇ ਦੇਸ਼ ਹਤੈਸ਼ੀ ਤੇ ਫਰੀडम ਫਾਈਟਰ ਹੋਏ ਨੇ। 1915 ਤੋਂ ਲੈ ਕੇ 1930 ਤੱਕ ਉਹਨਾਂ ਨੇ ਆਪਣੀ ਕਲਾਸ 1 ਜੌਬ ਤਹਿਸੀਲਦਾਰ ਦੀ ਛੱਡ ਕੇ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਕੀਤੀ। 15 ਸਾਲ ਜੇਲ੍ਹ ਵਿੱਚ ਰਹੇ ਹੋ। ਉਹਨਾਂ ਨੇ ਜੇਲ੍ਹ ਦੌਰਾਨ ਆਪਣੀਆਂ ਕੁਝ ਚਿੱਠੀਆਂ ਲਿਖੀਆਂ ਉਸ ਵੇਲੇ ਦੀ ਬਰਤਾਨੀਆ ਦੇ ਸਾਮਰਾਜ ਨੂੰ, ਅੰਗਰੇਜ਼ ਸਰਕਾਰਾਂ ਨੂੰ, ਔਰ ਉਹਨਾਂ ਨੇ ਉਹਨਾਂ ਨੂੰ ਚੁਣੌਤੀ ਦਿੱਤੀ ਕਿ ਤੁਸੀਂ ਆਵਾਜ਼ ਲੋਕਾਂ ਦੇ ਹਕੂਕ ਦਬਾ ਨਹੀਂ ਸਕਦੇ, ਤੁਸੀਂ ਕਿਸੇ ਦੀ ਫਰੀडम ਨੂੰ ਰੋਕ ਨਹੀਂ ਸਕਦੇ। ਉਹਨਾਂ ਦੀ ਇੱਕ ਲੰਬੀ ਚੌੜੀ ਡਾਇਰੀਜ਼ ਮੇਨਟੇਨ ਹੋਈਆਂ ਜਿਨ੍ਹਾਂ ਦਾ ਨਾਮ ਸੀ ਜੇਲ੍ਹ ਦੀਆਂ ਚਿੱਠੀਆਂ। ਇਹਨਾਂ ਗਰੀਬ 3 ਨੌਜਵਾਨਾਂ ਤੇ ਨਵਾਂਸ਼ਹਿਰ ਪੁਲਿਸ ਨੇ ਉਹ ਭਾਈ ਰਣਧੀਰ ਸਿੰਘ ਦੀਆਂ ਜੇਲ੍ਹ ਦੀਆਂ ਚਿੱਠੀਆਂ ਪਾ ਕੇ ਤੇ ਦੇਸ਼ ਦੇ ਖਿਲਾਫ ਬਗਾਵਤ ਕਰਨ ਦਾ ਇਲਜ਼ਾਮ ਲਾ ਕੇ, ਦੇਸ਼ ਧਰੋਹ ਦਾ ਮੁਕੱਦਮਾ ਕਰਕੇ, ਵੇਜਿੰਗ ਵਾਰ ਅਗੇਂਸਟ ਕੰਟਰੀ, ਐਡਾ ਵੱਡਾ ਇਲਜ਼ਾਮ ਉਹਨਾਂ ਦਾ ਚਲਾਨ ਕਰ ਦਿੱਤਾ ਚੱਕ ਕੇ। ਪਹਿਲੀ ਗੱਲ ਤਾਂ ਯੂਆਪਾ ਦੇ ਵਿੱਚ ਵੀ ਗ੍ਰਿਫਤਾਰ ਕਰਨਾ ਬੇਅਰਲੀ ਔਨ ਦ ਬੇਸਿਸ ਆਫ ਲਿਟਰੇਚਰ, ਔਰ ਪੈਸੇ ਉਹਨਾਂ ਦੀ ਕੋਲ ਰਿਕਵਰ ਹੋ ਰਹੇ, ਕਿਸੇ ਕੋਲ 400 ਰੁਪਈਆ, ਕਿਸੇ ਕੋਲ 460 ਰੁਪਈਏ, ਕਿਸੇ ਕੋਲ 600 ਰੁਪਈਆ,
And with this petty money, can anybody wage a war against a country like India? कि साडा देश एडा कमज़ोर है कि 400 रुपये ਨਾਲ ਟੁੱਟ ਜੂਗਾ ਜਾਂ ਚੰਦ ਪੋਸਟਰਾਂ ਤੇ ਲਿਟਰੇਚਰ ਨਾਲ ਟੁੱਟ ਜੂਗਾ। ਔਰ ਫਿਰ ਇਹਨਾਂ ਅਖੌਤੀ ਅਕਾਲੀਆਂ ਵਾਸਤੇ ਹੋਰ ਵੀ ਸ਼ਰਮਨਾਕ ਗੱਲ ਇਹ ਆਈ ਅਗਲੀ, ਜਿਹੜਾ ਅਗਲਾ ਇਲਜ਼ਾਮ ਲਾਇਆ ਉਹ ਕੁਛ ਜਿਹੜੀਆਂ ਪੋਇਮਸ ਲਿਖੀਆਂ ਸੀਗੀਆਂ ਭਾਈ ਫੌਜਾ ਸਿੰਘ ਨੇ। ਭਾਈ ਫੌਜਾ ਸਿੰਘ ਕੌਣ ਸੀਗਾ? ਇਸੇ ਹੀ ਅਖੰਡ ਕੀਰਤਨੀ ਜੱਥੇ ਦਾ ਮੈਂਬਰ, ਜਿਹੜੇ ਭਾਈ ਰਣਧੀਰ ਸਿੰਘ ਜੀ ਅਖੰਡ ਕੀਰਤਨੀ ਜੱਥੇ ਦੇ ਸੀਗੇ, ਉਹਨਾਂ ਦਾ ਹੀ ਇੱਕ ਸਾਥੀ ਭਾਈ ਫੌਜਾ ਸਿੰਘ ਉਸ ਅਖੰਡ ਕੀਰਤਨੀ ਜੱਥੇ ਦਾ ਮੈਂਬਰ। ਤੁਹਾਨੂੰ ਸਭ ਨੂੰ ਰੀਫਰੈਸ਼ ਕਰਨ ਲਈ ਮੈਂ ਕਹਿਣਾ ਚਾਹੁੰਦਾ ਕਿ 1978 ਵਿੱਚ ਜਦੋਂ ਨਿਰੰਕਾਰੀ ਤੇ ਸਿੱਖਾਂ ਦਾ ਕਲੈਸ਼ ਹੋਇਆ ਅੰਮ੍ਰਿਤਸਰ ਵਿਸਾਖੀ ਵਾਲੇ ਦਿਨ, ਉਹਦੇ 13 ਸਿੱਖ ਮਾਰੇ ਗਏ ਸੀਗੇ। ਉਹਨਾਂ 13 ਸਿੱਖ ਮਰਨ ਵਾਲਿਆਂ ਵਿੱਚ ਭਾਈ ਫੌਜਾ ਸਿੰਘ ਵੀ ਇੱਕ ਸੀਗਾ। ਉਸਨੇ ਆਪਣੀ ਪੋਇਟਰੀ ਲਿਖੀ ਆ ਜਿਹਦੇ ਸ਼ਾਇਦ ਉਹਨਾਂ ਨੇ, ਆਪਾਂ ਅਰਦਾਸ ਵਿੱਚ ਵੀ ਪੜ੍ਹਦੇ ਹਾਂ, ਕੁਛ ਇਸ ਤਰ੍ਹਾਂ ਦੀਆਂ ਸਤਰਾਂ ਲਿਖ ਦਿੱਤੀਆਂ ਕਿ ਬੰਦ ਬੰਦ ਕਟਵਾਵਾਂਗੇ, ਸਮਥਿੰਗ ਆਫ ਦਿਸ ਸੌਰਟ, ਜਿਹੜੀ ਭਾਈ ਫੌਜਾ ਸਿੰਘ ਦੀ ਇੱਕ ਪੋਇਟਰੀ ਸੀਗੀ, ਜਿਹੜੀਆਂ ਪੋਇਮਸ ਲਿਖਦੇ ਸੀਗੇ, ਉਹਨਾਂ ਨੂੰ ਵੀ ਆਧਾਰ ਬਣਾ ਕੇ ਕਿ ਭਾਈ ਫੌਜਾ ਸਿੰਘ ਤਾਂ ਆਪ ਹੀ ਸ਼ਹੀਦ ਹੋ ਗਿਆ ਨਿਰੰਕਾਰੀ ਕਲੈਸ਼ ਵਿੱਚ। ਉਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗਾ। ਉਹਨਾਂ ਨੂੰ ਅੱਜ ਤੱਕ, ਉਹ 13 ਸਿੱਖਾਂ ਨੂੰ ਅੱਜ ਤੱਕ ਇਨਸਾਫ ਨਹੀਂ ਦਵਾਇਆ ਇਹਨਾਂ ਖੋਤੀ ਅਕਾਲੀਆਂ ਨੇ। ਤੇ ਭਾਈ ਫੌਜਾ ਸਿੰਘ ਦੀਆਂ ਪੋਇਟਰੀ ਦੀਆਂ ਕੁਝ ਲਾਈਨਾਂ ਕੋਟ ਕਰਕੇ ਪੰਜਾਬ ਪੁਲਿਸ ਨੇ ਤੇ ਇਹਨਾਂ 3 ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ। ਔਰ ਫਿਰ ਸਬਸੀਕੁਐਂਟਲੀ ਸਾਰਿਆਂ ਨੂੰ ਪਤਾ ਵਾ ਕਿ ਟਰਾਇਲ ਹੋਈ ਤੇ ਟਰਾਇਲ ਦੇ ਵਿੱਚ ਉਹਨਾਂ ਨੂੰ ਉਮਰ ਕੈਦ ਹੋ ਗਈ। ਪਿਛਲੇ 5 ਸਾਲ ਤੋਂ ਜਾਂ ਜਿੰਨਾ ਵੀ ਸਮਾਂ ਬਣਦਾ, 4-4.5 ਸਾਲ, ਉਹ ਜੇਲ੍ਹ ਵਿੱਚ ਨਜ਼ਰਬੰਦ ਨੇ। ਔਰ ਇਹ ਨੋਰਮਲ ਕੋਰਸ ਅੰਡਰ ਸੱਚ ਏ ਫ੍ਰਿਵਲਸ ਕੇਸ ਆਮ ਤੌਰ ਤੇ ਜ਼ਮਾਨਤਾਂ ਮਿਲ ਜਾਂਦੀਆਂ, ਪੈਰੋਲ ਮਿਲ ਜਾਂਦੀ, ਲੇਕਿਨ ਇਹਨਾਂ ਗਰੀਬਾਂ ਨੂੰ ਕਿਸੇ ਨੇ ਪੈਰੋਲ ਨਹੀਂ ਦਿੱਤੀ, ਕਿਸੇ ਨੇ ਜ਼ਮਾਨਤ ਨਹੀਂ ਦਿੱਤੀ। ਅਪੀਲ ਇਹਨਾਂ ਦੀ ਹਾਈ ਕੋਰਟ ਵਿੱਚ ਪੈਂਡਿੰਗ ਹੈ। ਕੱਲ੍ਹ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਮਿਲਿਆ, ਮੈਂ ਕਿਹਾ ਜੀ ਇਹ ਬਿਲਕੁਲ ਗ੍ਰੋਸ ਇਨਜਸਟਿਸ ਹੈ, ਇੱਕ ਬਹੁਤ ਬੇਇਨਸਾਫੀ ਦਾ ਇੱਕ ਕੇਸ ਹੈ ਕਿ ਜੇ ਤੁਸੀਂ ਇਸ ਨੂੰ ਲਵੋਗੇ ਤਾਂ ਇੱਕ ਵੱਡੇ ਪੱਧਰ ਦੇ ਉੱਤੇ ਗਰੀਬ ਲੋਕਾਂ ਦੇ ਨਾਲ ਇਨਸਾਫ ਦਾ ਇੱਕ ਉਪਰਾਲਾ ਹੋਵੇਗਾ। ਪਹਿਲਾਂ ਇਸ ਤਰ੍ਹਾਂ ਦੀਆਂ ਰਿਮਿਸ਼ਨਸ, ਜਿਹੜੀ ਕਲੇਮੈਂਸੀ ਆ, ਜਿਹੜੀ ਕੋਈ ਮਰਸੀ ਪਟੀਸ਼ਨਸ ਆ, ਸਰਕਾਰ ਐਨਪਾਵਰਡ ਆ, ਕੈਬਨਿਟ ਇਜ਼ ਐਨਪਾਵਰਡ। ਅਲਟੀਮੇਟਲੀ ਉਹਦੀ ਪਰਮਿਸ਼ਨ ਤਾਂ ਚਲੋ ਗਵਰਨਰ ਪੰਜਾਬ ਦਿੰਦੇ ਨੇ, ਬਟ ਅੰਡਰ ਦ ਰੂਲਸ ਆਫ the law, the cabinet is empowered to give remittance to jail sentence of persons ਜਿਨ੍ਹਾਂ ਦੇ ਨਾਲ ਕੋਈ ਇਸ ਤਰ੍ਹਾਂ ਦੇ ਕੰਡੀਸ਼ਨਸ ਵਿੱਚ ਕੋਈ ਅਗਰ ਜ਼ਿਆਦਤੀ ਹੋਈ ਆ ਜਾਂ ਉਹਨਾਂ ਦਾ ਕੋਈ ਆਧਾਰ ਬਣਦਾ ਵਾ। ਤਾਂ ਚੀਫ ਮਿਨਿਸਟਰ ਸਾਹਿਬ ਨੇ ਬਹੁਤ ਧਿਆਨ ਨਾਲ ਗੱਲ ਸੁਣੀ। ਉੱਥੇ ਪ੍ਰੈਜ਼ੈਂਟ ਉਹਨਾਂ ਦੇ ਜਿਹੜੇ ਸੈਕਟਰੀਏਟ ਦੇ ਆਫਿਸਰ ਸੀਗੇ, ਉਹਨਾਂ ਨੇ ਇਸ ਫਾਈਲ ਨੂੰ ਕਾਲ ਕੀਤਾ ਵਾ। ਐਂਡ ਆਈ ਐਮ ਕੁਆਇਟ ਹੋਪਫੁਲ, ਔਰ ਮੈਂ ਇਸ ਕੇਸ ਨੂੰ ਪਰਸਿਊ ਵੀ ਕਰੂੰਗਾ ਅੱਗੇ। ਆਈ ਐਮ ਹੋਪਫੁਲ ਕਿ ਇਹਨਾਂ ਗਰੀਬਾਂ ਦਾ ਅਸੀਂ ਕੁਛ ਦਵਾ ਸਕਾਂਗੇ। ਇਮੀਡੀਏਟਲੀ ਤਾਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਪੈਰੋਲ ਮਿਲ ਜਾਵੇ ਤਾਂ ਕਿ ਉਹ ਬਾਹਰ ਆਣ ਕੇ ਆਪਣਾ ਸਾਹ ਲੈ ਸਕਣ, ਆਪਣੇ ਪੇਰੈਂਟਸ ਨੂੰ ਮਿਲ ਸਕਣ। ਤੇ ਸਬਸੀਕੁਐਂਟਲੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਜੇਲ੍ਹ ਸੈਂਟੈਂਸਸ ਜਿਹੜੇ ਨੇ ਉਹਦੀ ਰਿਮਿਟੈਂਸ ਹੋ ਜਾਏ। ਇਹਨਾਂ ਨੂੰ ਤਰਸ ਦੇ ਆਧਾਰ ਦੇ ਉੱਤੇ ਜੇਲ੍ਹ ਦੇ ਵਿੱਚੋਂ ਬਕਾਇਆ ਜਿਹੜੀ ਟਰਮ ਹੈ ਇਹਨਾਂ ਦੀ ਸਜ਼ਾ ਉਹ ਖਤਮ ਕੀਤੀ ਜਾਵੇ। ਪਰ ਮੈਂ ਇਹ ਕਹਿਣਾ ਚਾਹੁੰਦਾ ਸੁਖਬੀਰ ਸਿੰਘ ਬਾਦਲ ਨੂੰ, ਅਕਾਲੀ ਦਲ ਵਾਲਿਆਂ ਨੂੰ, ਕਿ ਤੁਸੀਂ ਦੱਸ ਦਿਓ, ਤੁਸੀਂ ਰੋਜ਼ ਸ਼ੋਰ ਮਚਾਉਂਦੇ ਹੋ ਕਿ ਸਾਡੇ ਨਾਲ ਧੱਕਾ ਹੋ ਰਿਹਾ, ਜ਼ਿਆਦਤੀ ਹੋ ਰਹੀ ਆ, ਜਾਂ ਹੋਰ ਤੁਹਾਡੇ ਕੋਲ ਬਹੁਤ ਸਾਰੇ ਤੁਸੀਂ ਇੰਸਟੈਂਸਿਸ ਦਿੰਦੇ ਹੋ। ਜਦੋਂ ਤੁਹਾਡੇ ਕੋਲ ਸਰਕਾਰ ਬਣ ਜਾਂਦੀ ਆ ਫਿਰ ਤੁਸੀਂ ਆਪ ਹੀ ਧੱਕਾ ਕਰਦੇ ਹੋ, ਜ਼ੁਲਮ ਕਰਦੇ ਹੋ। ਤੁਸੀਂ ਆਪ ਹੀ ਇਹਨਾਂ ਨੌਜਵਾਨਾਂ 'ਤੇ ਯੁਆਪਾ ਲਾਇਆ। ਔਰ ਮੇਰਾ ਖਿਆਲ ਹੈ ਕਿ ਡਿਊਰਿੰਗ ਦੀ ਅਕਾਲੀ ਰਜੀਮ ਪਿਛਲੇ 10 ਸਾਲਾਂ 'ਚ, ਇਫ ਆਈ ਐਮ ਨਾਟ ਰੋਂਗ, ਮੇਰਾ ਖਿਆਲ 50 ਤੋਂ ਉੱਤੇ ਯੁਆਪਾ ਦੇ ਕੇਸਿਸ ਅਕਾਲੀ ਦਲ ਦੀ ਸਰਕਾਰ ਨੇ ਦਰਜ ਕੀਤੇ ਨੇ। ਹੁਣ ਵੀ ਹੋਏ ਨੇ, ਨਾਟ ਦੈਟ ਕਿ ਹੁਣ ਨਹੀਂ ਹੋਏ। ਮੈਂ ਯੁਆਪਾ ਨੂੰ ਪਿਛਲੇ ਆਈ ਥਿੰਕ 2020 ਦੇ ਵਿੱਚ ਬੜੇ ਸਟਰੋਂਗਲੀ ਮੈਂ ਯੁਆਪਾ ਦੇ ਜਿਹੜੇ ਵਿਕਟਿਮ ਸੀਗੇ ਉਹਨਾਂ ਦੀ ਲੜਾਈ ਲੜੀ ਸੀਗੀ। ਉਹਨਾਂ 'ਚੋਂ ਪਰਟੀਕੂਲਰਲੀ ਇੱਕ ਮੇਰੀ ਆਪਣੀ ਕੌਂਸਟੀਟੂਐਂਸੀ ਦਾ ਜੋਗਿੰਦਰ ਸਿੰਘ ਗੁੱਜਰ, ਜਿਹੜਾ ਇਟਲੀ ਤੋਂ ਆਇਆ ਸੀ, ਉਹ ਜਿਹਦੇ 'ਤੇ ਇੱਦਾਂ ਦੇ ਇਲਜ਼ਾਮ ਸੀਗੇ ਕਿ ਜੀ ਇਹਨੇ ਸ਼ਾਇਦ 15,000 ਰੁਪਇਆ ਇੰਡੀਅਨ ਮਨੀ ਵਿੱਚ ਯੂਰੋਜ਼ ਟ੍ਰਾਂਸਫਰ ਕੀਤੇ ਫਰੋਮ ਅਬਰੋਡ। ਐਂਡ ਉਹਦੇ 'ਤੇ ਵੀ ਇੱਦਾਂ ਹੀ ਵੇਜਿੰਗ ਵਾਰ ਆਫ ਅਗੇਂਸਟ ਦ ਕੰਟਰੀ ਇਲਜ਼ਾਮ ਲਾ ਕੇ ਸਿਕਸ ਫॉर ਜਸਟਿਸ ਦੀ ਜਿਹੜੀ ਜਨੀਵਾ ਵਿੱਚ ਕਨਵੈਨਸ਼ਨ ਹੋਈ ਸੀਗੀ, ਉਹਦੇ ਵਿੱਚ ਭਾਗ ਲੈਣਾ, ਕਿਸੇ SFJ ਦੇ ਮੈਂਬਰ ਨੂੰ ਇਟਲੀ ਦੇ ਗੁਰਦੁਆਰੇ ਵਿੱਚ ਸਰੂਪਾ ਦੇ ਦੇਣਾ, ਇਹ ਤੋਂ ਇਲਾਵਾ ਕੋਈ ਹੋਰ ਚਾਰਜ ਨਹੀਂ ਸੀਗਾ। ਤੇ ਮੈਂ ਕਾਫੀ ਉਹਦਾ ਕੇਸ ਐਡਵੋਕੇਟ ਕੀਤਾ ਵੈਰੀ ਸਟਰੋਂਗਲੀ। ਉਸ ਵਕਤ ਸਾਡੇ SSP ਸਤਿੰਦਰ ਸਿੰਘ ਵਾਜ਼ ਵੈਰੀ ਵੈਲ ਮੀਨਿੰਗ ਪੁਲਿਸ ਆਫਿਸਰ। ਉਹਨਾਂ ਨੇ ਸਾਡੀ ਗੱਲ ਨੂੰ ਸਮਝਦੇ ਹੋਏ ਤੇ ਉਸ ਨੂੰ ਜੇਲ੍ਹ 'ਚੋਂ ਕਢਵਾਇਆ। ਔਰ ਉਹ 65 ਸਾਲ ਦਾ ਹਾਰਟ ਪੇਸ਼ੈਂਟ ਸੀਗਾ, ਉਹਦਾ ਪਾਸਪੋਰਟ ਵਾਪਸ ਕਰਾਇਆ। ਨਾਓ ਹੀ ਇਜ਼ ਫਰੀ ਟੂ ਗੋ ਅਬਰੋਡ ਟੂ ਹਿਜ਼ ਫੈਮਿਲੀ ਬੈਕ।
ਲਾਈਕਵਾਈਜ਼ ਇੱਕ ਮੈਂ FIR ਦਾ ਨਾਮ ਭੁੱਲ ਰਿਹਾ, ਸ਼ਾਇਦ ਪੋਸੀਬਲੀ FIR ਨੰਬਰ 144 ਸੀਗੀ ਆਫ ਸਮਾਣਾ ਪੁਲਿਸ ਸਟੇਸ਼ਨ, ਸਮਾਣਾ ਸਦਰ ਪੁਲਿਸ ਸਟੇਸ਼ਨ, ਜਿਹਦੇ 'ਚ 5 ਬੇਗੁਨਾਹ ਬੱਚੇ, ਸਿਰਫ ਬਹੁਤ ਗਰੀਬ ਸੀਗੇ, ਜਿੱਦਾਂ ਮਤਲਬ 21-22 ਸਾਲ ਦੇ 23-23 ਸਾਲ ਦੇ ਬੱਚੇ ਸੀਗੇ, ਜਿਹਨੇ ਔਰ ਉਹਨਾਂ 'ਚੋਂ ਮੈਜੋਰਿਟੀ 3 ਜਾਂ 4 ਬੱਚੇ ਦਲਿਤ ਪਰਿਵਾਰਾਂ ਦੇ ਸੀਗੇ। ਅਸੀਂ ਉਹਨਾਂ ਦੇ ਪਿੰਡ ਸਪੌਟ ਵਿਜ਼ਿਟ ਕੀਤੀ। ਜਦੋਂ ਮੈਨੂੰ ਲੱਗਿਆ ਕਿ ਜੋਗਿੰਦਰ ਸਿੰਘ ਗੁੱਜਰ ਦੇ ਖਿਲਾਫ ਯੂਆਪਾ ਦੇ ਕੇਸਿਸ ਗਲਤ ਦਰਜ ਹੋਏ ਨੇ, ਦੈਨ ਆਈ ਸਟਾਰਟਡ ਰਿਸਰਚਿੰਗ ਐਂਡ ਦਿਸ ਪਰਟੀਕੂਲਰ FIR। ਫਿਰ ਅਸੀਂ ਸਪੌਟ ਵਿਜ਼ਿਟ ਕੀਤਾ, ਉਹਨਾਂ ਦੇ ਘਰਾਂ ਵਿੱਚ ਗਏ। ਯਕੀਨ ਕਰਿਓ ਐਡੇ ਗਰੀਬ ਸੀਗੇ ਉਹ ਬੱਚੇ ਕਿ ਉਹ ਆਪਣੇ ਦਿਹਾੜੀਦਾਰ ਹੀ ਸੀਗੇ ਬੇਸਿਕਲੀ। ਕੋਈ ਕੰਬਾਈਨ ਤੇ ਕੰਮ ਕਰਦਾ ਸੀਗਾ, ਕੋਈ CCTV ਦੀ ਦੁਕਾਨ ਤੇ ਕੰਮ ਕਰਦਾ ਸੀਗਾ, ਕੋਈ ਲੰਗਰ ਦੀ ਸੇਵਾ ਕਰਦਾ ਸੀਗਾ। ਉਹਨਾਂ ਤੇ ਯੂਆਪਾ ਵਰਗੇ ਗੰਭੀਰ ਇਲਜ਼ਾਮ ਲਾਏ ਹੋਏ ਸੀਗੇ। 5 ਚੋਂ 4 ਜਿਹੜੇ ਸੀਗੇ ਉਹ ਅਸੀਂ ਮੈਂ ਆਪ ਆਪਣੇ ਇੱਕ ਟੀਮ ਆਫ ਐਡਵੋਕੇਟਸ ਖੜੇ ਕਰਕੇ 4 ਨੂੰ ਅਸੀਂ ਜ਼ਮਾਨਤ ਦਵਾਈ ਆ। ਇੱਕ ਦੀ ਨਹੀਂ ਹੋ ਸਕੀ, ਲਵਪ੍ਰੀਤ ਸਿੰਘ ਦੀ, ਉਹ ਹਰਿਆਣੇ ਕੈਥਲ ਦਾ ਸੀਗਾ, ਕਿਉਂਕਿ ਉਹਨੂੰ ਦਿੱਲੀ ਪੁਲਿਸ ਨੇ ਵੀ ਯੂਆਪਾ ਦੇ ਅਧੀਨ ਚਾਰਜ ਕੀਤਾ ਹੋਇਆ ਵਾ। ਇਸ ਕਰਕੇ ਦੇਵਰ ਡਬਲ ਯੂਆਪਾ ਕੇਸਿਸ ਅਗੇਂਸਟ ਹਿਮ। ਵੀ ਆਰ ਸੌਰੀ, ਮੈਂ ਉਹਨਾਂ ਦੀ ਮਦਦ ਨਹੀਂ ਕਰ ਸਕਿਆ। ਪਰ ਆਹ ਜਿਹੜਾ ਕੇਸ ਹੈ ਇੱਕ ਬਲੇਟੈਂਟ ਕੀ ਕਹਿੰਦੇ ਹੁੰਦੇ ਆ ਕਿ ਕਿਸੇ ਦੇ ਅਧਿਕਾਰਾਂ ਦਾ ਉਲੰਘਣ ਆ। ਕੀ ਲਿਟਰੇਚਰ ਰੱਖਣਾ ਵੀ ਗੁਨਾਹ ਵਾ? ਕੀ ਪੋਸਟਰ ਰੱਖਣਾ? ਜਾਂ ਇਹਦੇ 'ਚ ਇਲਜ਼ਾਮ ਇਹ ਵੀ ਆ ਕਿ ਫੇਸਬੁੱਕ ਦੇ ਉੱਤੇ ਕੋਈ ਅਕਾਊਂਟ ਬਣਾ ਕੇ ਕੋਈ ਪੋਸਟਰ ਸ਼ੇਅਰ ਕੀਤੇ। ਮੰਨ ਲਿਆ ਕਿ ਲੈਟਸ ਆਲਸੋ ਪ੍ਰੀਜ਼ਿਊਮ ਕਿ ਸੋਸ਼ਲ ਮੀਡੀਆ ਦੇ ਉੱਤੇ ਕੋਈ ਪੋਸਟਰਸ ਕਿਸੇ ਨੇ ਇਸ ਤਰ੍ਹਾਂ ਦੇ ਸ਼ੇਅਰ ਕਰਤੇ, ਯੂ ਕੈਨ ਵਾਰਨ them। ਤੁਸੀਂ ਉਹਨਾਂ ਦੇ ਅਕਾਊਂਟ ਬੰਦ ਕਰ ਸਕਦੇ ਹੋ, ਤੁਸੀਂ ਉਹਨਾਂ ਨੂੰ ਉਮਰ ਕੈਦ ਥੋੜ੍ਹੋ ਕਰ ਸਕਦੇ ਹੋ। ਇਸ ਲਈ ਮੇਰੀ ਆਸ ਤੇ ਉਮੀਦ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਸ ਤਰ੍ਹਾਂ ਦਾ ਇੱਕ ਪਰਟੀਕੂਲਰ ਇਸ਼ੂ ਆਫ ਐਕਸਟ੍ਰੀਮ gross injustice against innocent youth, ਜਿਨ੍ਹਾਂ ਨੂੰ even they have become victims of the judicial verdicts also, but there is a law that the cabinet of Punjab can remit their sentences। ਉਹਨਾਂ ਦੀ ਮਰਸੀ ਪਟੀਸ਼ਨ ਜਿਹੜੀ ਉਹਦੀ ਕਾਪੀ ਮੈਂ ਕੱਲ੍ਹ ਦੇ ਕੇ ਆਇਆ ਤੁਹਾਨੂੰ, ਅਸੀਂ ਸੌਫਟ ਕਾਪੀ ਜਿਹੜੀ ਮਰਸੀ ਪਟੀਸ਼ਨ ਦੀ, ਇਹਦੇ 'ਚ ਸ਼ਾਇਦ ਇਹ ਸਾਰੀਆਂ ਡਿਟੇਲਸ ਤਾਂ ਨਹੀਂ ਗਈਆਂ ਭਾਈ ਰਣਧੀਰ ਸਿੰਘ ਉਹਨਾਂ ਦੀ, ਪਰ ਆਫਟਨ ਮੀਡੀਆ ਨੇ ਜਿੱਥੋਂ ਮੇਰੀ ਵੀ ਨਜ਼ਰ ਪਕੜੀ, ਮੇਰਾ ਧਿਆਨ ਜਿਹੜਾ ਖਿੱਚਿਆ ਗਿਆ, ਕਿਉਂਕਿ ਉਹਦੇ ਵਿੱਚ ਇਹ ਸਾਰੀਆਂ ਗੱਲਾਂ ਇਹ ਮੈਟਰ ਆਫ ਰਿਕਾਰਡ ਹੈ। ਜੇ ਤੁਸੀਂ ਪੁਲਿਸ ਫਾਈਲ ਦੇਖੋਗੇ, ਜੋ ਮੈਂ ਗੱਲਾਂ ਕਹਿ ਰਿਹਾ ਗਲਤ ਨਹੀਂ ਕਹਿ ਰਿਹਾ, ਕਿ ਭਾਈ ਰਣਧੀਰ ਸਿੰਘ ਦੀਆਂ ਜੇਲ੍ਹ ਚਿੱਠੀਆਂ ਤੇ ਭਾਈ ਫੌਜਾ ਸਿੰਘ ਦੀਆਂ ਪੋਇਟਰੀਜ਼ ਨੂੰ ਕੋਟ ਕਰਕੇ ਉਹਨਾਂ ਤੇ ਇਲਜ਼ਾਮ ਲਾ ਕੇ ਉਹਨਾਂ ਨੂੰ ਉਮਰ ਕੈਦ ਕਰਕੇ ਤੇ ਨਾਭੇ ਦੀ ਜੇਲ੍ਹ ਵਿੱਚ ਜਿਹੜਾ ਧੱਕਿਆ, ਉਹਨਾਂ ਦੀ ਰਿਲੀਜ਼ ਦਾ ਮੁੱਦਾ ਕੱਲ੍ਹ ਮੈਂ ਆਪਣੇ ਮੁੱਖ ਮੰਤਰੀ ਪੰਜਾਬ ਦੇ ਕੋਲ ਉਠਾਇਆ। ਇਹ ਅੱਜ ਦਾ ਮੇਰਾ ਇਸ਼ੂ ਸੀਗਾ। ਅਗਰ ਕੋਈ ਸਵਾਲ ਇਸ ਨਾਲ ਰਿਲੇਟਡ ਪੁੱਛਣਾ ਚਾਹੁੰਦੇ, ਜਿੱਥੋਂ ਤੱਕ ਮੇਰਾ ਆਪਣਾ ਇਸ਼ੂ ਹੈਗਾ, ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਕਿ ਆਈ ਹੈਵ ਫੌਟ, ਜਿਹੜਾ ਮੇਰੇ ਧਿਆਨ ਵਿੱਚ ਇਸ਼ੂ ਆਇਆ ਅਬਾਊਟ ਯੂਆਪਾ ਕੇਸਿਸ ਇਨ ਮਾਈ ਕੌਂਸਟੀਟੂਐਂਸੀ ਔਰ ਆਊਟਸਾਈਡ, ਦੈਟ ਆਈ ਹੈਵ ਬੀਨ ਫਾਈਟਿੰਗ। ਬਹੁਤ ਸਾਰੇ ਕੇਸ ਇਦਾਂ ਦੇ ਵੀ ਹੋਣਗੇ ਜਿਹੜੇ ਕਾਂਗਰਸ ਸਰਕਾਰ ਦੇ ਵਿੱਚ ਵੀ ਲੱਗੇ, ਉਹ ਵੀ ਉਠਾਏ ਤੁਸੀਂ? ਜਿੰਨੇ ਮੇਰੇ ਧਿਆਨ 'ਚ ਆਏ ਮੈਂ ਸਾਰੇ ਉਠਾਏ ਨੇ ਜੀ। ਨਹੀਂ, ਮਰਸੀ ਪਟੀਸ਼ਨ is a legitimate right of any victim. Doesn't matter। ਬਹੁਤ ਸਾਰੇ ਕੇਸਿਸ ਵਿੱਚ ਜਿਹੜੀ ਤੁਸੀਂ ਮਰਸੀ ਮੰਗ ਰਹੇ ਹੋ, ਤੁਸੀਂ ਕਲੇਮੈਂਸੀ ਮੰਗ ਰਹੇ ਹੋ, ਰੈਮਿਟੈਂਸ ਮੰਗ ਰਹੇ ਹੋ, ਉਹ ਸਾਰੇ ਜੁਡੀਸ਼ੀਅਲ ਵਰਡਿਕਟਸ ਹੋ ਚੁੱਕੇ ਉਹਨਾਂ ਦੇ ਉਲਟ। ਜਿੱਦਾਂ ਆਪਾਂ ਦਵਿੰਦਰਪਾਲ ਭੁੱਲਰ ਦੀ ਗੱਲ ਕਰਦੇ ਆਫਟਨ, ਉਹ ਸਜ਼ਾ ਤਾਂ ਉਹਨਾਂ ਨੂੰ ਹੋਈ ਆ, ਪਰ ਸਰਕਾਰਾਂ ਦੇ ਕੋਲ ਅਧਿਕਾਰ ਹੈ ਕਿ ਅਗਰ ਲੱਗਦਾ ਉਹਨਾਂ ਨੂੰ ਕਿ ਕਿਸੇ ਨਾਲ ਕੋਈ ਬੇਇਨਸਾਫੀ ਹੋਈ ਆ, ਉਹ ਉਹਨਾਂ ਨੂੰ ਜੇਲ੍ਹ 'ਚੋਂ ਉਹਨਾਂ ਦੇ ਸਜ਼ਾ ਨੂੰ ਮਾਫ ਕਰ ਸਕਦੇ ਨੇ। ਅਪੀਲਸ ਦਾ ਕੀ ਆ ਜੀ? ਅਪੀਲਸ ਪੈਂਡਿੰਗ ਰਹਿੰਦੀਆਂ ਨੇ। ਇਹਨਾਂ ਦੀ ਅਪੀਲ 2019 ਦੀ ਹੋਈ ਆ, 3-4 ਸਾਲ ਤੋਂ। ਹਾਂ, ਅਪੀਲ ਪੈਂਡਿੰਗ ਇਨ ਦਾ ਹਾਈ ਕੋਰਟ। ਅਪੀਲ ਤਾਂ ਬਾਅਦ ਦੀ ਗੱਲ ਹੈ, ਕਦੋਂ ਡਿਸਾਈਡ ਹੋਣੀ। ਬੇਲ ਵੀ ਨਹੀਂ ਦਿੱਤੀ, ਨਹੀਂ ਤਾਂ ਇਟਸ ਅ ਮੈਟਰ ਆਫ ਰਾਈਟ ਕਿ 5 ਸਾਲ ਦੀ ਕੈਦ ਕੱਟਣ ਤੋਂ ਬਾਅਦ ਇੱਦਾਂ ਦੇ ਚਾਰਜਸ ਦੇ ਉੱਤੇ ਨਾਰਮਲ ਕੋਰਸ ਵਿੱਚ ਬੇਲ ਹੋ ਜਾਂਦੀ ਹੁੰਦੀ। ਪੋਜ਼ੀਟਿਵ ਰਿਸਪੌਂਸ ਸੀਗਾ। ਉਹ ਆਪ ਥੋੜ੍ਹੇ ਜਿਹੇ ਹੈਰਾਨ ਸੀਗੇ ਕਿ ਸਿਰਫ ਲਿਟਰੇਚਰ ਦੇ ਆਧਾਰ ਦੇ ਉੱਤੇ ਕਿਸੇ ਨੂੰ ਉਮਰ ਕੈਦ ਦੇ ਦੇਣੀ, ਇਹ ਕੋਈ ਬਹੁਤ ਜ਼ਿਆਦਾ ਮਤਲਬ ਕੀ ਕਹਿੰਦੇ ਆ ਕਿ ਠੋਸ ਜਾਂ ਕੋਈ ਪਾਏਦਾਰ ਮੁਕੱਦਮਾ ਨਹੀਂ ਲੱਗਦਾ। ਤਾਂ ਹੀ ਉਹਨਾਂ ਨੇ ਆਪਣੇ ਆਫਿਸਰਸ ਨੂੰ ਕਿਹਾ ਕਿ ਇਹਦੀ ਫਾਈਲ ਕਾਲ ਕਰੋ, ਲੈਟ ਅਸ ਸੀ ਵਾਟ ਵੀ ਕੈਨ ਡੂ ਇਨ ਦੈਟ। ਸੋ 15,000 ਦਾ ਮੈਂ ਉਹੀ ਤਾਂ ਮੈਂ ਕੋਟ ਕੀਤਾ ਤੁਹਾਡੇ ਤੋਂ ਪਹਿਲਾਂ ਹੀ, ਜੋਗਿੰਦਰ ਸਿੰਘ ਗੁੱਜਰ ਦਾ। ਯਾਰ ਉਹ ਤਾਂ ਹੁਣ ਦੀ ਸਰਕਾਰ ਦਾ, ਤੁਹਾਨੂੰ ਮੈਂ ਕਿਹਾ ਕਿ ਮੈਂ ਛੁਡਵਾਇਆ ਉਹਨੂੰ। ਇਹਦੇ 'ਚ ਕੀ ਹੁਣ ਮੈਂ ਕੈਪਟਨ ਨੂੰ ਉਹ ਕੀ ਦੱਸਾਂ ਜਾ ਕੇ? ਦੱਸੋ, ਸਮਝਾਓ ਜ਼ਰਾ। ਸਵਾਲ ਤਾਂ ਥੋੜ੍ਹਾ ਅੱਛੇ ਤਰੀਕੇ ਨਾਲ ਪੁੱਛੋ ਜਿਹੜਾ ਮੈਂ ਕੱਲ੍ਹ ਤੁਹਾਨੂੰ ਸਹੀ ਜਵਾਬ ਦੇ ਸਕਾਂ।
it's such a serious issue. Don't try to create a scene out of this. ਜਿਹੜੇ ਆਫੀਸਰਸ ਇਸ ਦੇ ਵਿੱਚ ਇਨਵੋਲਵ ਸੀਗੇ ਉਹਨਾਂ ਨੇ ਕੀ ਪ੍ਰੂਫ ਇਕੱਠੇ ਕੀਤੇ ਕਿ ਉਹਨਾਂ ਦੇ ਉੱਤੇ ਦੁਬਾਰਾ ਕੁਐਸਚਨ ਨਹੀਂ ਰੇਜ਼ ਕੀਤਾ ਗਿਆ ਕੈਪਟਨ ਸਰਕਾਰ ਵੱਲੋਂ ਜਾਂ ਤੁਹਾਡੇ ਵੱਲੋਂ ਕਿ ਇਹ ਕਿਸ ਬੇਸ ਜਦੋਂ ਇੱਕ ਵਾਰ ਜੁਡੀਸ਼ੀਅਲ ਵਰਡਿਕਟ ਆ ਗਿਆ ਹੋਇਆ ਵਾ, ਦੇਰ ਇਜ਼ ਨੋ ਗੋਇੰਗ ਬੈਕ ਔਨ ਦਾ ਵਰਡਿਕਟ, ਬਟ ਜਿਹੜਾ ਲਾਅ ਮੈਂ ਸਾਈਟ ਕਰ ਰਿਹਾ, ਜਿਹੜਾ ਸੈਕਸ਼ਨ ਤੁਹਾਨੂੰ ਮੈਂ ਪੜ੍ਹ ਕੇ ਵੀ ਦੱਸ ਸਕਦਾ, ਗਵਰਨਮੈਂਟ ਇਜ਼ ਇੰਪਾਵਰਡ ਕਿ ਅਗਰ ਲੱਗਦਾ ਕਿਸੇ ਨਾਲ ਇਨਜਸਟਿਸ ਹੋਇਆ ਉਸ ਨੂੰ ਉਹਦੀ ਜਿਹੜੀ ਸੈਂਟੈਂਸ ਹੈਗਾ ਉਹਨੂੰ ਰਿਮਿਟ ਕਰ ਸਕਦੇ ਆ। ਅਸੀਂ ਇਹ ਪੁੱਛ ਰਹੇ ਹਾਂ ਕਿ ਜਿਹੜੇ ਆਫੀਸਰਸ ਇਸ ਦੇ ਵਿੱਚ ਇਨਵੋਲਵ ਨੇ ਉਹਨਾਂ ਦੀ ਅਰੈਸਟ ਨਹੀਂ ਕੀਤੀ, ਉਹਨਾਂ ਨੇ ਜਿਹੜੇ ਵੀ ਉੱਪਰ ਉਹਨਾਂ ਦੇ ਪ੍ਰੂਫ ਦਿੱਤੇ ਜਾਂ ਐਵੀਡੈਂਸ ਦੇ ਤੌਰ ਦੇ ਉੱਤੇ ਜੋ ਵੀ ਚੀਜ਼ ਉਹਨਾਂ ਦੇ ਉੱਤੇ ਪਾਈ ਉਸ ਨੂੰ ਰਿਵੋਕ ਕੀਤਾ ਗਿਆ ਹਾਲੇ ਤੱਕ ਕਿ ਨਹੀਂ? ਨਹੀਂ, ਹਲੇ ਕਿੱਥੋਂ ਕੀਤਾ ਗਿਆ? ਹਲੇ ਤਾਂ ਦੇ ਕੰਟੀਨਿਊਡ ਵੀ ਸੈਂਟੈਂਸਡ। ਜੇ ਨਹੀਂ ਕੀਤਾ ਗਿਆ ਤੇ ਸੁਖਪਾਲ ਖਹਿਰਾ ਵੱਲੋਂ ਵੀ ਕਿਸ ਤਰੀਕੇ ਨਾਲ ਉਸ ਚੀਜ਼ ਨੂੰ ਅੱਗੇ ਹਲੇ ਫਿਲਹਾਲ ਸਾਡਾ ਏਮ ਆ ਕਿ ਕਿਸੇ ਤਰੀਕੇ ਨਾਲ ਚਾਹੇ ਪਹਿਲਾਂ ਪੈਰੋਲ ਤੇ ਬਾਹਰ ਆ ਜਾਣੇ 3 ਨੌਜਵਾਨ, ਆਪਣੇ ਆਪ ਨੂੰ ਡਿਫੈਂਡ ਕਰ ਸਕਣ, ਤੇ ਸੈਕੰਡਰੀ ਹੈਗਾ ਕਿ ਇਹਨਾਂ ਨੂੰ ਅਗਰ ਸਜ਼ਾ ਮਾਫ ਹੋ ਜਾਵੇ ਸਰਕਾਰ ਦੀ, ਕਿਉਂਕਿ ਚਾਰਜਸ ਬਹੁਤ ਕੀ ਕਹਿੰਦੇ ਹੁੰਦੇ ਕਿ ਫ੍ਰਿਵਲਸ ਵੀ ਨੇ, ਹਾਸੋਹੀਣੇ ਵੀ ਨੇ, ਕਿ ਸਿਰਫ ਲਿਟਰੇਚਰ ਦੇ ਆਧਾਰ ਦੇ ਉੱਤੇ ਕਿਸੇ ਨੂੰ ਏਡੇ ਵੱਡੇ ਦੇਸ਼ ਧਰੋਹ ਦੇ ਮੁਕੱਦਮੇ 'ਚ ਸਜ਼ਾ ਹੋ ਜਾਣੀ, ਇਹ ਆਪਣੇ ਆਪ ਦੇ ਵਿੱਚ ਇੱਕ ਮਤਲਬ ਮਜ਼ਾਕ ਜਿਹਾ ਨਜ਼ਰ ਆਉਂਦਾ। ਤਾਂ ਕਰਕੇ ਇਹਨਾਂ ਨਾਲ ਹੋਈ ਬੇਇਨਸਾਫੀ ਨੂੰ ਕਰੈਕਟ ਕਰਨ ਵਾਸਤੇ ਉਪਰਾਲਾ ਕੀਤਾ ਜਾ ਰਿਹਾ। ਧੰਨਵਾਦ। ਹੈਨਾ ਸਰ, ਜਿੱਦਾਂ ਕਾਂਗਰਸੀ ਲੀਡਰ ਤੇ ਕਹਿ ਰਹੇ ਕਿ ਨਵਜੋਤ ਸਿੰਘ ਸਿੱਧੂ ਨੂੰ ਵਿੱਚ ਆਉਣ ਦੇ ਪਾਰਟੀ ਦੇ ਮਤਲਬ ਹੱਥਾਂ ਤੇ ਮਜ਼ਬੂਤੀ ਨਹੀਂ ਰਹੀ ਹੈ, ਲੇਕਿਨ ਆਪਣੇ ਪ੍ਰਗਟ ਜੀ ਦੇ ਏਰੀਆ 'ਚ ਦੇਖਣ ਨੂੰ ਮਿਲ ਰਿਹਾ ਕਿ ਉੱਥੇ ਕਾਫੀ ਸਾਰੇ ਵੋਟਾਂ ਦੇ ਉਹਨਾਂ ਦੀਆਂ ਤਸਵੀਰਾਂ ਹੈ ਨਹੀਂ ਮੁੱਖ ਮੰਤਰੀ। ਇਹ ਤਸਵੀਰਾਂ ਨਹੀਂ ਹੈ, ਬੋਰਡ ਤੇ ਕਿਹਦੇ ਨਹੀਂ ਹੈਗੀਆਂ। ਆਈ ਕੈਨੋਟ ਕਮੈਂਟ ਔਨ ਦੈਟ, ਬਟ ਵਨ ਥਿੰਗ ਇਜ਼ ਦੇਅਰ ਕਿ ਨਵਜੋਤ ਸਿੰਘ ਸਿੱਧੂ ਦੇ ਆਉਣ ਦੇ ਨਾਲ ਪਾਰਟੀ ਨੂੰ ਬਲ ਮਿਲਿਆ ਵਾ। ਹੀ ਇਜ਼ ਅ ਪ੍ਰੋਮੀਨੈਂਟ ਫੇਸ, ਹੀ ਇਜ਼ ਅ ਨੋਨ ਸੈਲੀਬ੍ਰਿਟੀ, ਔਰ ਖਾਸ ਤੌਰ ਤੇ ਨੌਜਵਾਨਾਂ ਦੇ ਵਿੱਚ ਸਾਰਿਆਂ 'ਚ ਉਤਸ਼ਾਹ ਹੋਇਆ ਵਾ। ਔਰ ਜਿਸ ਢੰਗ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਉਦਣ ਜਦੋਂ ਉਹਨਾਂ ਨੇ ਆਪਣਾ ਚਾਰਜ ਸੰਭਾਲਿਆ, ਉਹਨਾਂ ਨੇ ਕਾਫੀ ਮੈਗਨੈਨਿਮਿਟੀ ਦਿਖਾ ਕੇ ਉਹਨਾਂ ਨੂੰ ਆਪਣੇ ਬੱਚਿਆਂ ਵਰਗਾ ਕਰਾਰ ਦਿੱਤਾ ਕਿ ਜਦ ਮੈਂ ਫੌਜ ਵਿੱਚ ਭਰਤੀ ਹੋਇਆ ਸੀ ਜਿਸ ਦਿਨ, ਤੇ ਉਦਣ ਸ਼ਾਇਦ ਨਵਜੋਤ ਸਿੰਘ ਸਿੱਧੂ ਜਿਹੜੇ ਸੀਗੇ ਉਹ ਸਾਲ ਜਾਂ 2 ਸਾਲ ਦੇ ਸੀਗੇ, ਮੈਂ ਉਹਨਾਂ ਦੇ ਪਰਿਵਾਰਕ ਤਾਲੁਕਾਤ ਗਿਣਾਏ ਤਾਂ ਮੈਨੂੰ ਪੂਰਨ ਆਸ ਹੈ ਕਿ ਇੱਕ ਅੱਛੀ ਟੀਮ ਦੀ ਤਰ੍ਹਾਂ ਦੋਨੋਂ ਲੀਡਰਸ, ਕਿਉਂਕਿ ਇਟਸ ਲਾਈਕ ਜਿੱਦਾਂ ਆਪਾਂ 2 ਪਹੀਏ ਨੇ ਕਿਸੇ ਵੀ ਵਹੀਕਲ ਦੇ, ਉਹ ਦੋਨੋਂ ਪਹੀਏ ਅੱਛੇ ਚੱਲਣਗੇ ਔਰ ਕਾਂਗਰਸ ਆਗਾਮੀ 2022 ਵਿੱਚ ਦੁਬਾਰਾ ਸਰਕਾਰ ਬਣਾਵੇਗੀ। ਠੀਕ ਹੈ ਜੀ, ਧੰਨਵਾਦ।